ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 951 ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਬਾਬਿਆਂ ਦੀਆਂ ਕਹਾਣੀਆਂ ਪੁੱਤਰਾਂ ਨੂੰ ਵੀ ਸਪੁੱਤਰ ਬਣਾ ਦਿੰਦੀਆਂ ਹਨ। ਹੁਣ ਆਪ ਜੀ ਬਹੁਤ ਹੀ ਪਿਆਰੀ ਸਾਖੀ ਸਰਵਣ ਕਰਨ ਜਾ ਰਹੇ ਹੋ ਜੀ। ਸਾਖੀ ਦਾ ਟਾਈਟਲ ਹੈ ਸਰਦਾਰ ਨਾਜਰ ਸਿੰਘ ਉੱਪਰ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਕਿਰਪਾ। ਸ਼ਾਮ 84 ਕੋਲ ਕਾਠੇ ਅਧਿਕਾਰੇ ਪਿੰਡ ਦੇ ਸਰਦਾਰ ਨਾਜਰ ਸਿੰਘ ਤੇ ਵੀ ਦਾਤੇ ਦੀ ਬਖਸ਼ਿਸ਼ ਹੋਈ। ਸ਼ੁਰੂ ਤੋਂ ਸ਼ਾਦੀ ਨਹੀਂ ਸੀ ਹੋਈ। ਜੋ ਥੋੜੀ ਬਹੁਤੀ ਜ਼ਮੀਨ ਸੀ ਉਹ ਠੇਕੇ ਬਟਾਈ ਤੇ ਦੇ ਦਿੰਦਾ ਤੇ ਆਪ ਅੱਠੇ ਪਹਿਰ ਸ਼ਰਾਬ ਵਿੱਚ ਗੁੱਟ ਰਹਿੰਦਾ। ਕਈ ਹੋਰ ਵੀ ਖਾਣ ਪੀਣ ਦੇ ਦੋਸਤ ਨਵਾਲੇ ਪਿਆਲੇ ਦੇ ਯਾਰ ਕੋਲ ਬੈਠੇ ਰਹਿੰਦੇ। ਇਸ ਨਾਜਰ ਸਿੰਘ ਨੇ ਲੇਖਕ ਨੂੰ ਦੱਸਿਆ ਕਿ ਮੈਂ ਲਗਾਤਾਰ 30 ਸਾਲ 5-5 ਬੋਤਲਾਂ ਰੋਜ਼ ਦੀਆਂ ਪੀਤੀਆਂ ਹਨ। ਜੋ ਹੋਰਨਾਂ ਨੂੰ ਪਿਆਉਂਦਾ ਉਹ ਵੱਖ ਹਨ। ਹਰ ਸਮੇਂ ਘਰ ਵਿੱਚ 150-200 ਬੋਤਲ ਪਈ ਰਹਿੰਦੀ। ਨਾਲ ਹੀ ਮੀਟ ਦੇ ਦੇਗੇ ਚੜ੍ਹੇ ਰਹਿੰਦੇ। ਪਰ ਇਤਨੇ ਵੱਡੇ ਸ਼ਰਾਬੀ ਕੁਆਬੀ ਦੇ ਇੱਕੋ ਹੀ ਨਜ਼ਰ ਨਾਲ ਦਾਤੇ ਨੇ ਬੇੜੇ ਪਾਰ ਕਰ ਦਿੱਤੇ। ਇਹ ਚੰਗੀ ਘੜੀ ਦੀ ਨਿਸ਼ਾਨੀ ਹੈ। ਛਾਇਆ ਮੂਰਖਾਂ ਦੀ 100 ਝਿੜਕ ਨਾਲੋਂ ਇੱਕ ਸਿਆਣੇ ਉਸਤਾਦ ਦੀ ਤੜੀ ਚੰਗੀ। ਕੋਝੇ ਕਿੱਸਿਆਂ ਤੇ ਗੰਦੇ ਗੀਤਾਂ ਨਾਲੋਂ ਸੁਣ ਲੈਣੀ ਇਤਿਹਾਸ ਦੀ ਲੜੀ ਚੰਗੀ। ਛਾਇਆ ਜੇਠ ਦੇ ਤਪਦੇ ਦੁਪਹਿਰਿਆਂ ਤੋਂ ਲੱਗੀ ਸਾਉਣ ਵਿੱਚ ਪਹਿਰ ਦੀ ਝੜੀ ਚੰਗੀ। ਲੱਖਾਂ ਲੂਣਾ ਕਕਈਆਂ ਮਤਰੇਈ ਨਾਲੋਂ ਮਾਂ ਇਛਰਾ ਜਿਹੀ ਇੱਕੋ ਬੜੀ ਚੰਗੀ। ਭੈੜੇ ਨਾਟਕਾਂ ਕਿੱਸੇ ਕਹਾਣੀਆਂ ਤੋਂ ਲਾਇਨ ਇੱਕੋ ਗੁਰਬਾਣੀ ਦੀ ਪੜ੍ਹੀ ਚੰਗੀ। 24 ਘੰਟੇ ਉਦਾਸੀ ਦੇ ਜੀਵਨ ਨਾਲੋਂ ਪੰਛੀ ਇੱਕੋ ਸਤਸੰਗ ਦੀ ਘੜੀ ਚੰਗੀ। ਸੰਤ ਜੀ ਮਹਾਰਾਜ ਦੇ ਦਰਸ਼ਨਾਂ ਦਾ ਕਾਰਨ ਇਹ ਹੋਇਆ ਕਿ 1968 ਈਸਵੀ ਵਿੱਚ ਇਸ ਨਾਜਰ ਸਿੰਘ ਤੇ ਕਤਲ ਦਾ ਕੇਸ ਬਣ ਗਿਆ। ਸ਼ਾਮ 84 ਵਾਲੇ ਅਵਤਾਰ ਸਿੰਘ ਦਾ ਸੰਬੰਧੀ ਲੁਧਿਆਣੇ ਸ਼ਹਿਰ ਦਾ ਵੱਡਾ ਅਫਸਰ ਲੱਗਾ ਹੋਇਆ ਸੀ। ਅਵਤਾਰ ਸਿੰਘ ਸਮੇਤ ਨਾਜਰ ਸਿੰਘ ਲੁਧਿਆਣੇ ਉਸ ਅਫਸਰ ਨੂੰ ਮਿਲਣ ਵਾਸਤੇ ਆਇਆ, ਪਰ ਉਹ ਅਫਸਰ ਛੁੱਟੀ ਤੇ ਸੀ। ਰਾਤ ਨੂੰ ਦਾਤੇ ਦਾ ਦੀਵਾਨ ਸੁਣਿਆ ਜੋ ਲੁਧਿਆਣੇ ਲੱਗਿਆ ਹੋਇਆ ਸੀ। ਬਸ ਫਿਰ ਕੀ ਸੀ। ਕਬੀਰ ਸਤਗੁਰ ਸੂਰਮੇ ਬਾਹਿਆ ਬਾਣਜੂ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਸ਼ੇਕ। ਹਜ਼ੂਰ ਦੀ ਆਪਣੀ ਪਵਿੱਤਰ ਰਸਨਾ ਤੋਂ ਸਰਵਣ ਕਰੀਏ। ਸਾਧ ਸੰਗਤ ਗੁਰਬਾਣੀ ਬਾਣ ਹੈ। ਕੋਈ ਚਿੱਲੇ ਵਿੱਚ ਚੜਾ ਕੇ ਤਨਿਸ਼ ਦੇ ਬਾਣ ਨੂੰ ਕਸ ਕੇ ਛੱਡੇ। ਜੇ ਤਾਂ ਅੱਗੇ ਪੋਲਾ ਥਾਏ ਉਹ ਖੁੱਭ ਜਾਏਗਾ, ਜੇ ਅੱਗੇ ਪੱਥਰ ਲੱਗੇਗਾ ਤਾਂ ਸੀ ਚਿਮੜ ਆਏਗਾ। ਇਸੀ ਤਰ੍ਹਾਂ ਗੁਰਬਾਣੀ ਬਾਣ ਹੈ। ਪਾਪੜੀਆਂ ਪਛਾੜ ਬਾਣ ਸਚਾਵਾਂ ਸਿੰਨ ਕੇ ਗੁਰਮੰਤਰੜਾ ਚਤਾਰ ਨਾਨਕ ਦੁੱਖ ਨ ਥੀ ਵਹੀ। ਗੁਰਬਾਣੀ ਬਾਣ ਹੈ। ਪਰ ਇਹ ਖੁੱਬਦੀ ਕਿੱਥੇ ਹੈ? ਜਿਹੜੇ ਹਿਰਦੇ ਨਰਮ ਹਨ, ਜਿਹੜੇ ਹਿਰਦੇ ਨਰਮ ਹਨ ਉੱਥੇ ਇਹ ਬਾਣ ਖੁੱਬਦਾ ਹੈ, ਛੇਕ ਕਰ ਜਾਂਦਾ ਹੈ। ਉਹ ਛੇਕ ਦੁਆਰਾ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਉਸੀ ਦਿਸ਼ਾ ਨੂੰ ਕਬੀਰ ਜੀ ਨੇ ਇੱਕ ਥਾਂ ਦੱਸਿਆ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਮਿਲ ਗਿਆ ਪਰਾ ਕਰੇ ਜੇ ਛੇਕ। ਕਬੀਰ ਗੂੰਗਾ ਹੋਇਆ ਬਾਬਰਾ ਬਹਿਰਾ ਹੋਇਆ ਕਾਨ ਪਾਵਨ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ। ਉਸ ਦਿਸ਼ਾ ਨੂੰ ਇਉਂ ਪ੍ਰਗਟ ਕਰਕੇ ਦੱਸਿਆ। ਗੁਰਾਂ ਮੇਰੇ ਜੀ ਬਾਣ ਮਾਰਿਆ, ਗੁਰਾਂ ਮੇਰੇ ਜੀ ਬਾਣ ਮਾਰਿਆ, ਮੇਰੇ ਜੀ ਬਾਣ ਮਾਰਿਆ, ਮੇਰੇ ਜੀ ਬਾਣ ਮਾਰਿਆ।
ਸੰਗ ਤੇ ਬਾਣ ਮਾਰਿਆ, ਗੁਰਾਂ ਮੇਰੇ ਜੀ ਬਾਣ ਮਾਰਿਆ। ਮੇਰੇ ਪੈ ਗਿਆ ਕਲੇਜੇ ਇੱਕ ਸੰਗ ਤੇ ਬਾਣ ਮਾਰਿਆ, ਗੁਰਾਂ ਮੇਰੇ ਜੀ ਬਾਣ ਮਾਰਿਆ। ਹਾਂਜੀ, ਸ਼ਬਦ ਜਿਹੜੇ ਹਿਰਦੇ ਨਰਮ ਹਨ ਉੱਥੇ ਸ਼ਬਦ ਅਸਰ ਕਰ ਜਾਂਦਾ ਹੈ, ਘਾਹ ਕਰ ਜਾਂਦਾ ਹੈ, ਜ਼ਖਮ ਕਰ ਜਾਂਦਾ ਹੈ। ਸੋ ਉਹਨਾਂ ਤੇ ਇੱਕ ਅੱਧਾ ਸ਼ਬਦ ਹੀ ਉਹਨਾਂ ਦੇ ਜੀਵਨ ਦੇ ਸੁਧਾਰ ਦਾ ਕਾਰਨ ਬਣ ਜਾਂਦਾ ਹੈ। ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣਜੂ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਖ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 1374। ਭਾਵ ਸੁਨਿਆਰ ਦੀ ਠੱਕ ਠੱਕ, ਲੋਹਾਰ ਦੀ ਇੱਕੋ ਸੱਟ ਵਾਲੀ ਗੱਲ। ਦੰਮਾ ਬਾਝ ਗੁਲਾਮ ਬਣ ਗਿਆ। ਦੂਜੇ ਦਿਨ ਸਵੇਰੇ ਕਰਮਸਰ ਪੁੱਜਾ। ਪਹਿਲੀ ਵਾਰ ਕੁਰਸੀ ਤੇ ਦੀਦਾਰ ਕੀਤਾ। ਅੱਗੇ ਹੋ ਕੇ ਨਮਸਕਾਰ ਕਰ ਨਾਮ ਦੀ ਦਾਤ ਵਾਸਤੇ ਬੇਨਤੀ ਕੀਤੀ। ਹੁਕਮ ਹੋਇਆ, ਮਾਸ ਸ਼ਰਾਬ ਨਾ ਵਰਤੀ, ਨਾਮ ਠਹਿਰ ਕੇ ਦੇਵਾਂਗੇ। ਹੁਕਮ ਤਾਂ ਮੰਨ ਲਿਆ, ਪਰ ਕਿਹਾ ਜੀ ਮੇਰੇ ਵੱਸ ਦੀ ਗੱਲ ਨਹੀਂ, ਆਪ ਹੀ ਕਿਰਪਾ ਕਰਕੇ ਰੋਕੋ, ਮੈਥੋਂ ਰਿਹਾ ਨਹੀਂ ਜਾਣਾ। यूं ਤਾਂ ਵਰਸੋਂ ਨਾ ਪੀऊं अगर ना पिलाए कोई, मगर बदली को देख कर बदल जाती है नीयत मेरी। बचन ਕੀਤਾ, ਚੰਗਾ ਜੇ ਨਾ ਰੁਕ ਸਕਿਆ ਤਾਂ ਫਿਰ ਅਸੀਂ ਰੋਕ ਦੇਵਾਂਗੇ। ਘਰ ਚਲਾ ਗਿਆ। ਰੋਜ਼ ਦੇ ਸੁਭਾਅ ਅਨੁਸਾਰ ਰੱਜ ਕੇ ਪੀਤੀ। ਨਾਲ ਹੀ ਅੰਦਰੋਂ ਆਵਾਜ਼ ਆਵੇ, ਤੇਰੇ ਵਾਸਤੇ ਇਹ ਗੱਲ ਠੀਕ ਨਹੀਂ। ਗੁਰੂ ਦਰਬਾਰ ਵਿੱਚ ਬਚਨ ਕਰਕੇ ਆਇਆ ਹੈ। ਪਰ ਇਸਨੇ ਉਸ ਆਵਾਜ਼ ਦੀ ਕੋਈ ਪਰਵਾਹ ਨਾ ਕੀਤੀ। ਸ਼ਾਮ 84 ਜਲੰਧਰ ਤੇ ਹੁਸ਼ਿਆਰਪੁਰ ਦੀਵਾਨ ਸੁਣੇ। ਹੱਥੀਂ ਤੇ ਮਾਇਆ ਦੀ ਸੇਵਾ ਕੀਤੀ। ਅਵਤਾਰ ਸਿੰਘ ਦੇ ਨਾਲ ਰਾੜੇ ਸਾਹਿਬ ਆਇਆ। ਹਜ਼ੂਰ ਦਾ ਕੁਰਸੀ ਦੇ ਸਮੇਂ ਦੀਦਾਰ ਕੀਤਾ। ਮਿਹਰਬਾਨ ਨੇ ਮਿਹਰ ਕੀਤੀ ਤੇ ਮੁਸਕਰਾ ਕੇ ਪੁੱਛਿਆ, ਕਿ ਅਜੇ ਰੱਜਿਆ ਨਹੀਂ? ਕੌੜਾ ਪਾਣੀ ਪੀ ਪੀ ਕੇ ਬਸ ਕਰ, ਬੜਾ ਸਮਾਂ ਹੋ ਗਿਆ, ਥੋੜੀ ਜਿਹੀ ਬਾਕੀ ਰਹਿ ਗਈ, ਹੁਣ ਇਸ ਨੂੰ ਤਾਂ ਸਵਾਰ ਲੈ। ਇਸਨੇ ਕਿਹਾ, ਜੀ ਫਿਰ ਆਪ ਜੀ ਹੀ ਕਿਰਪਾ ਕਰੋ। ਹਜ਼ੂਰ ਨੇ ਬਚਨ ਕੀਤਾ, ਚੰਗਾ ਨੇੜੇ ਆ। ਜਦੋਂ ਪਾਸ ਪੁੱਜਾ, ਸੱਜੇ ਹੱਥ ਤੇ ਪਾਵਨ ਅੰਗੂਠੇ ਨੂੰ ਮਸਤਕ ਤੇ ਫੇਰ ਕੇ ਆਖਿਆ, ਜਾ ਹੁਣ ਤੇਰਾ ਇਸ ਪਾਸੇ ਦਾ ਲੇਖ ਮਿਟ ਗਿਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਜਾ। ਤੇ ਨਾਲ ਇਹ ਵੀ ਸਿੱਖਿਆ ਦਿੱਤੀ ਕਿ ਇਸ ਨਾਮ ਰੂਪ ਸ਼ਰਾਬ ਨੂੰ ਪੀਣਾ ਕਰ, ਜਿਸ ਦਾ ਕਿਆਮਤ ਤੱਕ ਨਸ਼ਾ ਨਹੀਂ ਉਤਰਦਾ। ਅੱਜ ਹੀ ਪੀ ਤੇ ਹੁਣ ਹੀ ਪੀ ਤੇ ਪੀਂਦਾ ਪੀਂਦਾ ਜਾਈ। ਪਿਰਮ ਰਸਾਂ ਦੇ ਪਿਆਲੇ ਨਾਲੋਂ ਲਾਏ ਬੁੱਲੇ ਨਾ ਚਾਈ। ਅੱਜ ਹੀ ਪੀ ਤੇ ਹੁਣ ਹੀ ਪੀ, ਪੀ ਤੇ ਪੀਂਦਾ ਪੀਂਦਾ ਜਾਈ। ਪਿਰਮ ਰਸਾਂ ਦੇ ਪਿਆਲੇ ਨਾਲੋਂ ਲਾਏ ਬੁੱਲੇ ਨਾ ਚਾਈ। ਹਰਦਮ ਪੀ ਤੇ ਖੀਵਾ ਹੋ ਰਹੋ, ਇਸ ਮਸਤੀ ਨਾ ਉਤਰੇ, ਕੱਲ ਨੂੰ ਖਬਰੇ ਕਾਲ ਆ ਕੇ ਦੇਵੇ ਖਾਕ ਔਰ ਲਾਈ। ਇਸਨੇ ਵੀ
13 ਅਪ੍ਰੈਲ 1970 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਪਾਨ ਦੀ ਦਾਤ ਪ੍ਰਾਪਤ ਕੀਤੀ। ਫਿਰ ਸੰਤ ਜੀ ਮਹਾਰਾਜ ਨੇ ਇਸ ਨੂੰ ਹਿਰਦੇ ਦੀ ਸ਼ੁੱਧੀ ਵਾਲਾ ਉਪਦੇਸ਼ ਬਖਸ਼ਿਆ। ਜਿਸ ਨੇ ਵੀ ਮਾਮੂਲੀ ਅਫਸਰ ਨਾਲ ਮੁਲਾਕਾਤ ਕਰਨੀ ਹੋਵੇ ਉਸ ਨੂੰ ਵੀ ਤਿਆਰੀ ਵਾਸਤੇ ਬੜਾ ਸਮਾਂ ਖਰਚ ਕਰਨਾ ਪੈਂਦਾ ਹੈ। ਜਿਸ ਸ਼ਹਿਰ ਵਿੱਚ ਰਾਜਪੁੱਤਰ ਨੇ ਆਉਣਾ ਹੋਵੇ ਉੱਥੋਂ ਦੇ ਬਾਜ਼ਾਰਾਂ ਤੇ ਗਲੀਆਂ ਦੀ ਸਫਾਈ ਵਾਸਤੇ ਮਹੀਨੇ ਲੱਗ ਜਾਂਦੇ ਹਨ, ਪਰ ਜਿਸ ਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਪਰਮੇਸ਼ਰ ਨੂੰ ਮਿਲਣਾ ਹੋਵੇ ਉਸ ਨੂੰ ਆਪਣੇ ਹਿਰਦੇ ਤਖਤ ਦੀ ਸਫਾਈ ਤੋਂ ਇਤਨੀ ਫੁਰਸਤ ਕਿੱਥੇ ਕਿ ਵਿਹਲੇ ਕੰਮਾਂ ਤੇ ਵਕਤ ਜਾਇਆ ਕਰੇ। ਪਰ ਜਿਸ ਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਪਰਮੇਸ਼ਰ ਨੂੰ ਮਿਲਣਾ ਹੋਵੇ ਉਸ ਨੂੰ ਆਪਣੇ ਹਿਰਦੇ ਤਖਤ ਦੀ ਸਫਾਈ ਤੋਂ ਇਤਨੀ ਫੁਰਸਤ ਕਿੱਥੇ ਕਿ ਵਿਹਲੇ ਕੰਮਾਂ ਤੇ ਵਕਤ ਜਾਇਆ ਕਰੇ। ਅਸਲੀਅਤ ਤਾਂ ਇਹ ਹੈ ਜੋ ਜੀਵ ਆਪਣੇ ਕਰਤੱਵ ਤੋਂ ਗਾਫਲ ਹੋ ਰਿਹਾ ਹੈ। ਜਿਵੇਂ ਜੋ ਲੜਕਾ ਸਕੂਲ ਹਾਜ਼ਰੀ ਤੋਂ ਥੋੜਾ ਸਮਾਂ ਵੀ ਪਛੜ ਜਾਵੇ ਉਹ ਸੁਸਤੀ ਦੇ ਫਲ ਭੋਗਣ ਤੋਂ ਡਰਦਾ ਹੋਇਆ ਸਾਰਾ ਦਿਨ ਸਕੂਲ ਨਹੀਂ ਜਾਂਦਾ। ਇਸੇ ਤਰ੍ਹਾਂ ਇਹ ਜਗਿਆਸੂ ਵੀ ਆਪਣੇ ਨੁਕਤੇ ਤੋਂ ਖੁੰਝਿਆ ਇੱਧਰ ਉੱਧਰ ਫਿਰ ਕੇ ਜਾਈ ਸਮਾਂ ਗਵਾ ਰਿਹਾ ਹੈ। ਅਵਲ ਤਾਂ ਇਹ ਸਿਮਰਨ ਵਿੱਚ ਜੁੜਦਾ ਹੀ ਨਹੀਂ, ਪਰ ਜੇ ਜੁੜਨ ਦਾ ਯਤਨ ਵੀ ਕਰੇ ਤਾਂ ਮਨ ਨਹੀਂ ਲੱਗਦਾ। ਆਪਣੇ ਆਪ ਹੀ ਅੰਦਰੋਂ ਭਿਆਨਕ ਆਵਾਜ਼ਾਂ ਆਉਣ ਲੱਗ ਪੈਂਦੀਆਂ ਹਨ। ਇਹ ਕਾਇਦਾ ਹੀ ਹੈ, ਉਜੜਿਆ ਹੋਇਆ ਮਹਿਲ ਚਾਹੇ ਬਾਦਸ਼ਾਹ ਦਾ ਵੀ ਕਿਉਂ ਨਾ ਹੋਵੇ ਉਸ ਦੇ ਵਿੱਚ ਉੱਲੂ, ਚਮਗਿੱਦੜ, ਚਾਮ ਚੜਿੱਕਾਂ ਤੇ ਗਿੱਦੜ ਆਦਿਕ ਜਾਨਵਰ ਆਪਣੇ ਘੁਰਨੇ ਬਣਾ ਲੈਂਦੇ ਹਨ। ਉੱਥੇ ਸਾਜ਼ਾਂ ਦੇ ਗੀਤਾਂ ਦੀ ਥਾਂ ਡਰਾਵਣੀਆਂ ਚੀਕਾਂ ਤੇ ਸੁਗੰਧੀ ਦੀ ਥਾਂ ਬਦਬੂ ਆਉਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਇਹ ਮਨੁੱਖ ਹਿਰਦਾ ਪਰਮੇਸ਼ਰ ਦੇ ਵਸਣ ਦਾ ਸਥਾਨ ਹੈ, ਪਰ ਉਸਦੇ ਉੱਠ ਜਾਣ ਪਿੱਛੋਂ ਇਹ ਰਾਜ ਮਹਿਲ ਵਿੱਚ ਕਾਮ ਦੇ ਉੱਲੂ, ਕ੍ਰੋਧ ਦੀਆਂ ਡਾਣਾ ਤੇ ਲੋਭ ਮੋਹ ਹੰਕਾਰ ਦੇ ਗਿੱਦੜ ਹਵਾਂਕਦੇ ਹਨ। ਪ੍ਰਭੂ ਦੇ ਮਿਲਾਪ ਵਾਸਤੇ ਤਿਆਰੀ ਦੀ ਲੋੜ ਹੈ। ਉੱਥੇ ਤਾਂ ਗੁਰ ਕਾ ਸ਼ਬਦ ਕਰ ਦੀਪਕੋ, ਇਹ ਸਤ ਕੀ ਸੇਜ ਬਸ਼ਾਇਰੀ ਵਾਲੀ ਵਾਰਤਾ ਹੈ। ਪ੍ਰਭੂ ਦੇ ਮਿਲਾਪ ਵਾਸਤੇ ਤਿਆਰੀ ਦੀ ਲੋੜ ਹੈ। ਉੱਥੇ ਤਾਂ ਗੁਰ ਕਾ ਸ਼ਬਦ ਕਰ ਦੀਪਕੋ, ਇਹ ਸਤ ਕੀ ਸੇਜ ਬਸ਼ਾਇਰੀ ਵਾਲੀ ਵਾਰਤਾ ਹੈ। ਜਿੱਥੇ ਇਹ ਸੇਜਾ ਵਿਸ਼ੀ ਹੈ ਉੱਥੇ ਪਰਮੇਸ਼ਰ ਮਿਲਾਪ ਦੀ ਸੁਹਾਗ ਰਾਤ ਬੜੀ ਸੁਆਦਲੀ ਲੰਘਦੀ ਹੈ। ਜਦ ਤੱਕ ਅੰਦਰੋਂ ਮੈਂ ਮੇਰੀ ਦੀ ਗਰਦ ਨਹੀਂ ਬੈਠਦੀ ਤੇ ਹੰਝੂਆਂ ਨਾਲ ਪ੍ਰੇਮ ਦਾ ਜਲ ਛਿੜਕਣਾ ਨਹੀਂ ਕਰਦਾ ਤੇ ਗੁਰ ਸ਼ਬਦ ਦਾ ਪ੍ਰਕਾਸ਼ ਨਹੀਂ ਹੁੰਦਾ, ਉਤਨਾ ਚਿਰ ਪ੍ਰੀਤਮ ਦਾ ਨਿਵਾਸ ਕਿੱਥੇ। ਤਾਂ ਤੇ ਸਭ ਤੋਂ ਪਹਿਲਾਂ ਉਸ ਦੀ ਉਡੀਕ ਵਾਸਤੇ ਮਨ ਮੰਦਰ ਦੀ ਸਫਾਈ ਕਰੀਏ, ਕੂੜ ਦਾ ਕੂੜਾ ਦੂਰ ਕਰਕੇ ਵਿਕਾਰਾਂ ਦੀ ਦੁਰਗੰਧੀ ਧੋ ਸੁੱਟੇ, ਸ਼ਰਧਾ ਦੇ ਫੁੱਲ ਭੇਟਾ ਕਰਕੇ ਉਸ ਦੇ ਮਿਲਾਪ ਦਾ ਆਨੰਦ ਮਾਣੀਦਾ ਹੈ। ਇਸ ਪਵਿੱਤਰ ਉਪਦੇਸ਼ ਨੂੰ ਸੁਣ ਕੇ ਇਸ ਦਾ ਮਨ ਗਦ-ਗਦ ਹੋ ਗਿਆ। ਫੇਰ ਤਾਂ ਮਾਸ ਸ਼ਰਾਬ ਤੋਂ ਇਤਨੀ ਨਫ਼ਰਤ ਹੋਈ ਕਿ ਨਾਮ ਸੁਣਨਾ ਵੀ ਪਸੰਦ ਨਾ ਕਰੇ। ਇਸ ਸਮੇਂ 5 ਦੀਵਾਨ ਹੁਸ਼ਿਆਰਪੁਰ ਸ਼ਹਿਰ ਲੱਗੇ ਅਤੇ ਸੇਵਾ ਪੰਥੀ ਮਹਾਂਪੁਰਸ਼ਾਂ ਦੇ ਡੇਰੇ ਵੀ ਪੁੱਜੇ। ਇਹਨਾਂ ਨੇ ਬੜਾ ਸਤਿਕਾਰ ਕੀਤਾ, ਮਾਇਆ ਤੇ ਦਸਤਾਰ ਭੇਟਾ ਕੀਤੀ। ਹਜ਼ੂਰ ਨੇ ਮਹਾਂਪੁਰਸ਼ਾਂ ਦੇ ਸਥਾਨ ਦਾ ਪ੍ਰਸ਼ਾਦ ਜਾਣ ਕੇ ਕੇਵਲ ਸਰੂਪਿਓ ਹੀ ਪ੍ਰਵਾਨ ਕੀਤਾ, ਮਾਇਆ ਵਾਪਸ ਕਰ ਦਿੱਤੀ। ਇਸ ਪ੍ਰੋਗਰਾਮ ਵਿੱਚ ਸ਼ਾਮ 84 ਵਾਲੇ ਸੱਜਣਾ ਨੇ ਹਰ ਪ੍ਰਕਾਰ ਦਾ ਸਹਿਯੋਗ ਦੇ ਕੇ ਪੂਰਨ ਹਿੱਸਾ ਪਾਇਆ। ਇਸ ਸਾਖੀ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ ਜੀ। ਸਾਖੀ ਦੀ ਰਿਕਾਰਡਿੰਗ ਸਮੇਂ ਪੜ੍ਹਦਿਆਂ ਜਾਂ ਉਚਾਰਨ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਰਹਿ ਗਈਆਂ ਹੋਣਗੀਆਂ, ਕਿਰਪਾ ਕਰਕੇ ਮਾਫ਼ ਕਰਨਾ। ਆਓ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਧਰ ਕੇ ਅਰਦਾਸ ਕਰੀਏ। ਫਿਰਤ ਫਿਰਤ ਪ੍ਰਭ ਆਇਆ, ਭਰਿਆ ਤੋ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।